ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ, ਜਿਸ ਪ੍ਰਕਾਰ ਪਾਵਨ ਬਾਣੀ ਤਵੈ ਪ੍ਰਸਾਦ ਸਵਈਏ, ਜੋ ਵੈਰਾਗਮਈ ਉਪਦੇਸ਼ ਜੋ 22 ਧਾਰ ਦੇ ਰਾਜਿਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ, ਉਸ ਪਾਵਨ ਬਾਣੀ ਦੀ ਜੋ ਸੰਥਿਆ ਵਿਚਾਰ ਪ੍ਰਾਰੰਭ ਹੋਈ ਹੈ, ਜਿਸ ਦੇ ਅੰਦਰ ਪਿਛਲੇ ਟਰੈਕ ਦੇ ਅੰਦਰ ਦੱਸਿਆ ਗਿਆ ਸੀ ਕਿ ਜਿਹੜਾ ਵੈਰਾਗ ਹੈ ਇਹ ਵਿਦਵਾਨਾਂ ਨੇ 9 ਪ੍ਰਕਾਰ ਦਾ ਮੰਨਿਆ ਹੈ। ਉਹਦੇ ਵਿੱਚੋਂ ਜਿਹੜਾ ਵੈਰਾਗ ਦਾ ਪਹਿਲਾ ਲਕਸ਼ਣ, ਪਹਿਲਾ ਜਿਹੜਾ ਕਿਸਮ ਹੈ ਉਹ ਹੈ ਜਿਹੜਾ ਕਾਰਨ ਵੈਰਾਗ। ਕਾਰਨ ਵੈਰਾਗ ਉਸ ਨੂੰ ਆਖਿਆ ਜਾਂਦਾ ਹੈ ਕਿ ਜਦੋਂ ਜ਼ਿੰਦਗੀ ਚੱਲਦੀ ਜੀਵਨ ਦੇ ਵਿੱਚ ਜਿਹੜੀ ਆਪਣੀ ਧਰਮ ਪਤਨੀ ਹੈ ਉਹਦਾ ਕੋਈ ਐਸਾ ਮੰਦ ਕਰਮ ਕਿਸੇ ਪਰਾਏ ਪੁਰਸ਼ ਦੇ ਨਾਲ ਕਰਨ ਦੇ ਨਾਲ ਮਨ ਦੇ ਅੰਦਰ ਐਸੀ ਠੇਸ ਲੱਗਣੀ, ਮਨ ਦੇ ਅੰਦਰ ਐਸਾ ਵੈਰਾਗ ਆਉਣਾ ਕਿ ਜਦੋਂ ਕੋਈ ਆਪਣਾ ਹੀ ਇਸ ਤਰ੍ਹਾਂ ਕਰ ਸਕਦਾ ਹੈ ਅਤੇ ਫਿਰ ਹੋਰ ਸੰਸਾਰ ਕਿੱਥੇ ਆਪਣਾ ਸਾਥ ਦੇਵੇਗਾ। ਇਸ ਲਈ ਇਸ ਪ੍ਰਕਾਰ ਦਾ ਜਦੋਂ ਵਿਧੀ ਵਿਧਾਨ ਔਰ ਘਟਨਾਕ੍ਰਮ ਜਦੋਂ ਜੀਵਨ ਦੇ ਅੰਦਰ ਘਟਦਾ ਹੈ ਅਤੇ ਉਸ ਵੇਲੇ ਇਸ ਮੋਹ ਤੋਂ ਰਹਿਤ ਹੋ ਕਰਕੇ ਸੰਸਾਰ ਦੀ ਜਿਹੜੀ ਪਕੜ ਛੱਡ ਦੇਣੀ ਔਰ ਸੰਸਾਰ ਦਾ ਜਿਹੜਾ ਤਿਆਗ ਕਰਕੇ ਜੰਗਲਾਂ ਦੇ ਵਿੱਚ ਕਿਸੇ ਇਕਾਂਤ ਜਗ੍ਹਾ 'ਤੇ ਚਲੇ ਜਾਣਾ। ਜਿਸ ਪ੍ਰਕਾਰ ਇਹ ਜਿਹੜਾ ਵੈਰਾਗ ਹੈ, ਜਿਹੜਾ ਰਾਜਾ ਭਰਥਰੀ ਜੀ ਸਨ, ਉਹਨਾਂ ਦੇ ਜੀਵਨ ਦੇ ਅੰਦਰ ਸਾਨੂੰ ਇਹ ਘਟਨਾ ਮਿਲਦੀ ਹੈ ਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਸ ਨੇ ਰਾਜੇ ਦਾ ਜਿਹੜਾ ਰਥਵਾਹੀ ਸੀ, ਰਥਵਾਨ ਸੀ, ਉਸ ਦੇ ਨਾਲ ਸਰੀਰਕ ਸੰਬੰਧ ਬਣਾਏ, ਜਿਸ ਤੋਂ ਰਾਜੇ ਨੂੰ ਜਦੋਂ ਪਤਾ ਚੱਲਿਆ ਅਤੇ ਉਸ ਨੇ ਬਹੁਤ ਮਨ ਦੇ ਅੰਦਰ ਵੈਰਾਗ ਕਰਕੇ ਜਿਹੜਾ ਗੋਰਖਨਾਥ ਸੀਗਾ ਉਸ ਦੀ ਸ਼ਰਨ ਲੈ ਕਰਕੇ ਅਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਭਗਤੀ ਹੈ ਉਸ ਵਿੱਚ ਜੁੜੇ। ਇਸ ਲਈ ਇਹ ਕਾਰਨ ਵੈਰਾਗ ਆਖਿਆ ਜਾਂਦਾ ਹੈ ਕਿ ਜਦੋਂ ਕੋਈ ਜੀਵਨ ਦੇ ਵਿੱਚ ਕਾਰਨ ਕਰਕੇ ਵੈਰਾਗ ਹੋਵੇ, ਕੋਈ ਐਸੀ ਘਟਨਾ ਘਟੇ, ਕੋਈ ਐਸਾ ਕਾਰਨ ਬਣੇ, ਫਿਰ ਵੈਰਾਗ ਪੈਦਾ ਹੋ ਜਾਣਾ, ਉਸ ਨੂੰ ਕਾਰਨ ਵੈਰਾਗ ਆਖਿਆ ਜਾਂਦਾ। ਅਤੇ ਦੂਸਰਾ ਹੁੰਦਾ ਹੈ ਮੰਦ ਵੈਰਾਗ। ਮੰਦ ਵੈਰਾਗ ਉਸ ਨੂੰ ਆਖਿਆ ਜਾਂਦਾ ਹੈ ਜਦੋਂ ਜੀਵਨ ਬਤੀਤ ਕਰਦਿਆਂ ਕੋਈ ਜਿਹੜੀ ਧਰਮ ਪਤਨੀ ਹੈ ਉਸ ਦਾ ਚੜ੍ਹਾਈ ਕਰ ਜਾਣਾ, ਜਾਂ ਜਿਹੜੀ ਸੰਪਤੀ ਹੈ, ਕੋਈ ਧਨ ਦੌਲਤ, ਉਹ ਨਾਸ਼ ਹੋ ਜਾਣੀ। ਇਹ ਨਾਸ਼ ਹੋਣ ਤੋਂ ਬਾਅਦ ਘਰ-ਬਾਰ ਦਾ ਤਿਆਗ ਕਰਕੇ ਕਿਤੇ ਦੂਰ ਦੁਰਾਡੇ ਚਲੇ ਜਾਣਾ, ਇਸ ਨੂੰ ਮੰਦ ਵੈਰਾਗ ਆਖਿਆ ਜਾਂਦਾ ਹੈ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਵੀ ਬਚਨ ਆਉਂਦੇ ਨੇ, ਨਾਰ ਮਰੈ ਘਰ ਸੰਪਦ ਨਾਸੀ, ਮੂਡ ਮੁੰਡਾਏ ਭਏ ਸੰਨਿਆਸੀ, ਕਿ ਜਦੋਂ ਇਸ ਪ੍ਰਕਾਰ ਦਾ ਘਟਨਾਕ੍ਰਮ ਹੋਵੇ ਫਿਰ ਘਰ-ਬਾਰ ਦਾ ਜਿਹੜਾ ਤਿਆਗ ਕਰਕੇ ਕਿਤੇ ਦੂਰ ਚਲੇ ਜਾਣਾ, ਇਸ ਨੂੰ ਵਿਦਵਾਨਾਂ ਨੇ ਮੰਦ ਵੈਰਾਗ ਦਾ ਨਾਮ ਦਿੱਤਾ ਹੈ। ਸੋ ਇਹ ਵੈਰਾਗ ਦੀਆਂ 2 ਜਿਹੜੀਆਂ ਕਿਸਮਾਂ ਦੱਸੀਆਂ ਗਈਆਂ ਨੇ। ਇਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਅਗਲੇ ਟਰੈਕ ਵਿੱਚ ਦੱਸੀਆਂ ਜਾਣਗੀਆਂ। ਇਸ ਤੋਂ ਅੱਗੇ ਜਿਸ ਪ੍ਰਕਾਰ ਸਤਿਗੁਰੂ ਜੀ ਪਾਵਨ ਗੁਰਬਾਣੀ ਦੀ ਜੋ ਸੰਥਿਆ ਵਿਚਾਰ ਪ੍ਰਾਰੰਭ ਹੈ, ਉਸ ਦੀ ਅੱਗੇ ਚੌਥੇ ਸਵਈਏ ਦੀ ਜਿਹੜੀ ਸੰਥਿਆ ਵਿਚਾਰ ਹੈ, ਮਨ ਦੀ ਇਕਾਗਰਤਾ ਦੇ ਨਾਲ ਸ਼ਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਸੇਖੈ। ਹਾਂਜੀ, ਇਸ ਪਹਿਲੀ ਪੰਕਤੀ ਦਾ ਜਿਹੜਾ ਉਚਾਰਨ ਹੈ ਤੀਰਥ ਨਾਨ, ਜਿਹੜਾ ਨਾਨ ਸ਼ਬਦ ਹੈ ਇਸ ਨੂੰ ਭਾਰਾ ਬੋਲਣਾ। ਜਿਹੜਾ ਤੀਰਥਾਂ 'ਤੇ ਇਸ਼ਨਾਨ ਵੀ ਭਾਵੇਂ ਕਰ ਲਵੇ ਔਰ ਇੱਥੇ ਨਹਾਨ ਸ਼ਬਦ 'ਤੇ ਜਮਕ ਲੱਗੇਗੀ। ਤੀਰਥ ਨਾਨ ਦਇਆ ਦਮ ਦਾਨ, ਜਿਹੜਾ ਦਮ ਸ਼ਬਦ ਹੈ ਇਸ ਨੂੰ ਭਾਰਾ ਥੋੜ੍ਹਾ ਕੱਸ ਕੇ ਬੋਲਣਾ, ਜਿਹੜਾ ਦਮੜਿਆਂ ਦਾ ਵਾਚਕ ਹੈ ਕਿ ਭਾਵੇਂ ਕੋਈ ਤੀਰਥਾਂ ਆਦਿਕਾਂ 'ਤੇ ਇਸ਼ਨਾਨ ਵੀ ਕਰ ਲਵੇ, ਦਇਆ ਆਦਿਕ ਔਰ ਜਿਹੜੇ ਦਮੜੇ ਆਦਿਕ ਹੈ ਉਹ ਵੀ ਤੀਰਥਾਂ ਦੇ ਉੱਪਰ ਜਾ ਕਰਕੇ ਦਾਨ ਕਰ ਲਵੇ। ਇਸ ਲਈ ਇਸ ਨੂੰ ਇੱਦਾਂ ਪੜ੍ਹਨਾ, ਤੀਰਥ ਨਾਨ ਦਇਆ ਦਮ ਦਾਨ, ਇੱਥੇ ਵਿਸ਼ਰਾਮ, ਸੋ ਸੰਜਮ ਨੇਮ, ਇੱਥੇ ਠਮਕ ਲੱਗੇਗੀ
ਜਿਹੜਾ ਸੋ ਔਰ ਸੰਜਮ ਇਹਨਾਂ ਨੂੰ ਵੱਖਰਾ ਵੱਖਰਾ ਨਖੇਰ ਕੇ ਬੋਲਣਾ। ਸੋ ਸੰਜਮ ਇੱਦਾਂ ਇਕੱਠਾ ਨਾ ਹੋ ਜਾਵੇ। ਸੋ ਸੰਜਮ ਨੇਮ, ਇੱਥੇ ਠਮਕ ਅਨੇਕ ਵਿਸਿੱਖ ਹੈ। ਜਿਹੜਾ ਵਿਸਿੱਖ ਹੈ ਸ਼ਬਦ ਹੈ, ਇਸ ਨੂੰ ਸੱਸੇ ਨੂੰ ਲਾਂ ਬੋਲਣੀ ਔਰ ਖੱਖੇ ਨੂੰ ਦਲਾਵਾਂ, ਔਰ ਜਿਹੜੀ ਬੱਬੇ ਦੀ ਸਿਹਾਰੀ ਹੈ ਉਸ ਨੂੰ ਸਿਹਾਰੀ ਦਾ ਰੂਪ ਰੱਖ ਕੇ ਬੋਲਣਾ। ਸੋ ਇਸ ਪ੍ਰਕਾਰ ਸੋ ਸੰਜਮ ਨੇਮ ਅਨੇਕ ਵਿਸਿੱਖ ਹੈ। ਹਾਂਜੀ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਵਿਸਿੱਖ ਹੈ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਹਾਂਜੀ, ਇਸ ਪੰਕਤੀ ਦਾ ਜਿਹੜਾ ਉਚਾਰਨ ਹੈ ਵੇਦ ਪੁਰਾਨ, ਇੱਕ ਆਮ ਗੁਰਬਾਣੀ ਵਿੱਚ ਪੜ੍ਹਨ ਦੇ ਲਈ ਇੱਕ ਚੀਜ਼ ਦਾ ਗੌਰ ਰੱਖਣੀ ਬਹੁਤ ਲਾਜ਼ਮੀ ਹੁੰਦੀ ਹੈ ਕਿ ਜਿਵੇਂ ਪੱਪੇ ਨੂੰ ਜਿਹੜਾ ਔਂਕੜ ਆਉਂਦਾ ਅਤੇ ਕੱਕੇ ਨੂੰ ਜਿਵੇਂ ਔਂਕੜ ਆਇਆ, ਆਮ ਕਰਕੇ ਆਪਾਂ ਜਦੋਂ ਥੋੜ੍ਹਾ ਜਿਹਾ ਅਣਗਹਿਲੀ ਦੇ ਨਾਲ ਪਾਠ ਕਰਦੇ ਹਾਂ ਤਾਂ ਉਸ ਵੇਲੇ ਇਹ ਜਿਹੜੇ ਪਾਠ ਨੇ ਇੱਦਾਂ ਦੇ, ਇਹਨੂੰ ਆਪਾਂ ਔਂਕੜਾਂ ਤੋਂ ਬਿਨਾਂ ਹੀ ਬੋਲ ਜਾਂਦੇ, ਪ੍ਰਾਣ ਅਤੇ ਕਰਾਨ ਕਹਿ ਜਾਂਦੇ ਹਾਂ। ਇਸ ਲਈ ਧਿਆਨ ਦੇ ਨਾਲ ਔਂਕੜ ਸ਼ੁੱਧ ਰੂਪ ਵਿੱਚ ਬੋਲਣੇ। ਵੇਦ ਪੁਰਾਨ, ਇੱਥੇ ਜਮਕ ਲੱਗੇਗੀ। ਕਤੇਬ ਕੁਰਾਨ ਵਿਸ਼ਰਾਮ, ਔਰ ਅੱਗੇ ਹੈ ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਪੇਖ ਹੈ ਜਿਹੜਾ ਸ਼ਬਦ ਹੈ, ਇਹਨੂੰ ਥੋੜ੍ਹਾ ਕੱਸ ਕੇ ਬੋਲਣਾ, ਦੇਖਣ ਦਾ ਜਿੱਦਾਂ ਵਾਚਕ ਹੈ। ਅਤੇ ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਕੇ ਜਿਹੜਾ ਇਹਨੂੰ ਨਖੇਰ ਕੇ ਪਾਠ ਵੱਖਰਾ ਬੋਲਣਾ, ਯਾਨੀ ਕਿ ਪੇਖ ਹੈ ਅਤੇ ਸਬਾਨ ਕੇ ਇੱਧਰ ਇਕੱਠਾ ਨਾ ਹੋ ਜਾਵੇ। ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਹਾਂਜੀ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖ ਹੈ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੁਭ ਵਿਚਾਰ ਹਜ਼ਾਰਕ ਦੇਖੈ। ਹਾਂਜੀ, ਇਸ ਪੰਕਤੀ ਦਾ ਜਿਹੜਾ ਉਚਾਰਨ ਹੈ ਪੌਨ ਆਹਾਰ, ਪੌਣ ਦਾ ਜਿਹੜਾ ਊੜਾ ਹੈ ਉਸ ਨੂੰ ਧਿਆਨ ਦੇ ਨਾਲ ਬੋਲਣਾ, ਸਿੱਧਾ ਪੌਣ ਨਾ ਬੋਲ ਦਿੱਤਾ ਜਾਵੇ। ਪੌਨ ਆਹਾਰ, ਆਹਾਰ ਸ਼ਬਦ ਨੂੰ ਵੀ ਧਿਆਨ ਦੇ ਨਾਲ ਬੋਲਣਾ, ਇਹਨੂੰ ਆਹਰ ਜਾਂ ਆਹਾਰ ਇੱਦਾਂ ਨਾ ਪੜ੍ਹ ਦਿੱਤਾ ਜਾਵੇ। ਪੌਨ ਆਹਾਰ, ਇੱਥੇ ਜਮਕ ਲਾ ਲੈਣੀ। ਜਤੀ ਜਤ ਧਾਰ, ਜਿਹੜਾ ਜਤ ਧਾਰ ਇਹਦਾ ਆਪਸ ਦੇ ਵਿੱਚ ਨੇੜਲਾ ਸੰਬੰਧ ਹੈ। ਜਤੀ ਜਤ ਧਾਰ, ਯਾਨੀ ਕਿ ਜਤੀ ਤਾਂ ਹੈ ਹੀ ਹੈ ਸ਼ਬਦ, ਪਰ ਜਿਹੜਾ ਜਤ ਔਰ ਧਾਰ ਸ਼ਬਦ ਹੈ ਇਹਦਾ ਆਪਸ ਦੇ ਵਿੱਚ ਨੇੜਲਾ ਸੰਬੰਧ ਹੈ। ਜਿਵੇਂ ਇੱਕ ਦੂਰ ਦਾ ਸੰਬੰਧ ਹੁੰਦਾ, ਇੱਕ ਹੁੰਦਾ ਨੇੜਲਾ ਸੰਬੰਧ, ਅਤੇ ਜਤ ਔਰ ਧਾਰ ਦਾ ਆਪਸ ਵਿੱਚ ਨੇੜਲਾ ਸੰਬੰਧ ਹੈ। ਅਤੇ ਇੱਥੇ ਹੀ ਵਿਸ਼ਰਾਮ ਲਾਉਣਾ ਹੈ। ਅੱਗੇ ਹੈ ਸਭੈ ਸੋ ਵਿਚਾਰ। ਇਹ ਸਭੈ ਜਿਹੜਾ ਸੰਪਰਦਾ ਦੇ ਵਿੱਚ ਬੱਬੇ ਦੇ ਨਾਲ ਸ਼ੁੱਧ ਪਾਠ ਕਰਵਾਇਆ ਜਾਂਦਾ ਹੈ। ਕਈ ਸਰੂਪਾਂ ਵਿੱਚ ਭੱਬੇ ਦੇ ਨਾਲ ਵੀ ਆਉਂਦਾ ਹੈ, ਪਰ ਆਮ ਇਹਨੂੰ ਜਿਹੜਾ ਸੰਤ ਗਿਆਨੀ ਮੋਹਨ ਸਿੰਘ ਜੀ ਨੇ, ਮਹਾਂਪੁਰਖਾਂ ਨੇ ਜੋ ਗੁਟਕਾ ਛਪਾਇਆ ਸੀ, ਉਸ ਵਿੱਚ ਵੀ ਸਭੈ ਬੱਬੇ ਦੇ ਨਾਲ ਹੀ ਛਾਪਿਆ ਗਿਆ ਹੈ। ਅਤੇ ਆਮ ਸੰਥਿਆ ਕਰਾਉਣ ਵੇਲੇ ਵੀ ਸੰਪਰਦਾ ਵਿੱਚ ਗਿਆਨੀ ਉਸਤਾਦ ਸਿੰਘ ਇੱਥੇ ਬੱਬੇ ਦੇ ਨਾਲ ਹੀ ਪਾਠ ਸ਼ੁੱਧ ਕਰਵਾਉਂਦੇ ਨੇ। ਇਸ ਲਈ ਸਭੈ ਸੋ ਵਿਚਾਰ, ਸੋ ਸ਼ਬਦ ਵੱਖਰਾ ਹੈ। ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਦੇਖੈ ਸ਼ਬਦ ਕੱਸ ਕੇ ਬੋਲਣਾ, ਅਤੇ ਹਜ਼ਾਰਕ ਦੇਖੈ ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਹਾਂਜੀ। ਪੌਨ ਆਹਾਰ ਜਤੀ ਜਤ ਧਾਰ, ਆਹਾਰ ਸ਼ਬਦ ਨੂੰ ਮਿਹਨਤ ਦੇ ਨਾਲ ਸਹੀ ਕਰਨਾ, ਆਹਾਰ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਇਸ ਪੰਕਤੀ ਦੇ ਵਿੱਚ ਸ੍ਰੀ ਭਗਵਾਨ ਭਜੇ ਬਿਨ, ਇੱਥੇ ਜਮਕ ਲੱਗੇਗੀ, ਯਾਨੀ ਕਿ ਜੇ ਆਪਾਂ ਭਜੇ 'ਤੇ ਜਮਕ ਲਾਉਣੇ ਆ ਅਤੇ ਫਿਰ ਤਾਂ ਕੋਈ ਨਾ ਤਾਂ ਅਰਥ ਦੀ ਸਪਸ਼ਟਤਾ ਹੁੰਦੀ ਹੈ। ਇਸ ਲਈ ਸ੍ਰੀ ਭਗਵਾਨ ਭਜੇ ਬਿਨ ਭੂਪਤ, ਇਸ ਤਰ੍ਹਾਂ ਇਸ ਦੀ ਜਮਕ ਔਰ ਵਿਸ਼ਰਾਮ ਲਾਉਣਾ। ਬਿਨ 'ਤੇ ਜਮਕ ਔਰ ਭੂਪਤ 'ਤੇ ਵਿਸ਼ਰਾਮ ਲਾ ਕੇ ਫਿਰ ਅੱਗੇ ਕਰਨਾ ਏਕ ਰਤੀ ਬਿਨ, ਇੱਥੇ ਠਮਕ ਲੱਗੇਗੀ। ਔਰ ਜਿਹੜਾ ਰਤੀ ਸ਼ਬਦ ਹੈ ਇਸ ਨੂੰ ਵੀ ਪੋਲਾ ਬੋਲਣਾ, ਕਿਉਂਕਿ ਰਤੀ ਦਾ ਇੱਥੇ ਵੀ ਅਰਥ ਪ੍ਰੀਤੀ ਹੈ ਕਿ ਇੱਕ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਏਕ ਨਾ ਲੇਖ ਹੈ। ਜਿਹੜੇ ਉੱਪਰ ਸਾਰੇ ਜਣਾਏ ਨੇ ਤੀਰਥਾਂ ਦਾ ਇਸ਼ਨਾਨ, ਦਮੜੇ ਦਾਨ ਕਰਨੇ, ਸੰਜਮ ਰੱਖਣਾ, ਅਨੇਕ ਪ੍ਰਕਾਰ ਦੇ ਨਿਯਮ ਰੱਖਣੇ, ਗ੍ਰੰਥ ਆਦਿਕ ਪੜ੍ਹ ਲੈਣੇ, ਇਹ ਸਾਰੇ ਨਿਸ਼ਫਲ ਨੇ ਜੇ ਵਾਹਿਗੁਰੂ ਦੀ ਪ੍ਰੀਤੀ ਨਹੀਂ ਆ। ਇਸ ਲਈ ਏਕ ਰਤੀ ਬਿਨ, ਇੱਥੇ ਜਿਹੜਾ ਰਤੀ ਸ਼ਬਦ ਪੋਲਾ ਬੋਲਣਾ,
ਤੇ ਆਮ ਕਰਕੇ ਅਸੀਂ ਜਿਹੜਾ ਬਿਨ ਸ਼ਬਦ ਹੈ ਇਹਨੂੰ ਆਪਾਂ ਬਿਨ ਪੜ੍ਹ ਜਾਂਦੇ, ਬਿਨ। ਇਸ ਲਈ ਇਹਨੂੰ ਵੀ ਪੋਲਾ ਬੋਲਣਾ। ਏਕ ਰਤੀ ਬਿਨ ਏਕ ਨਾ ਲਿਖੈ, ਲਿਖੈ ਸ਼ਬਦ ਕੱਸ ਕੇ ਬੋਲਣਾ। ਹਾਂਜੀ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖੈ। ਹਾਂਜੀ, ਇਸ ਦਾ ਇੱਕ ਵਾਰ ਜਿਹੜਾ ਮੂਲ ਪਾਠ ਕਰਕੇ ਉਸ ਤੋਂ ਬਾਅਦ ਇਸ ਦੀ ਸਮਾਪਤੀ ਕਰ ਦਿੱਤੀ ਜਾਵੇਗੀ। ਵਾਹਿਗੁਰੂ ਸਾਹਿਬ ਜੀ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਸਿਖੈ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖੈ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖੈ। ਸੋ ਇੱਕ ਵਾਰ ਇਸ ਦਾ ਜਿਹੜਾ ਚਾਲ ਦੇ ਵਿੱਚ ਪਾਠ ਕਰਕੇ ਉਸ ਤੋਂ ਬਾਅਦ ਸੰਪੂਰਨ ਸਮਾਪਤੀ ਹੋ ਜਾਵੇਗੀ। ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਸਿਖੈ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖੈ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖੈ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।